नेक्स्ट थ्योरम नंबर 2 दी स्टेटमेंट है द यूनियन ऑफ ए फाइनाइट कलेक्शन ऑफ मेजरेबल सेट्स इज मेजरेबल। वी हैव टू प्रूव दैट कि अगर असी मेजरेबल सेट्स दी फाइनाइट यूनियन बना लेने हैं, ठीक है, दैट मीनस ਜਿਹੜੀ कलेक्शन है वो फाइनाइटली मैनी मैंबर्स ਦੀ है और ਉਹਨਾਂ ਸਾਰਿਆਂ ਦੀ ਅਸੀਂ यूनियन कर ਦਿੰਨੇ ਆ, मेजरेबल सेट्स हैं उसਦੇ ਵਿੱਚ ਸਾਰੇ, ਤਾਂ यूनियन ਵੀ ਕੀ ਆਏਗੀ, मेजरेबल आएगी। and this is again a very very important result. So as a first step in proof we show that the union of two measurable sets E1 and E2 is measurable. So firstly ਅਸੀਂ ਸਿਰਫ ਦੋ ਸੈਟਸ ਹੀ ਲੈ ਕੇ ਚੱਲ ਰਹੇ ਹਾਂ E1 and E2 और ये प्रूफ करांगे अगर E1 ते E2 दोवें मैजरेबल है तो इन्हां दी यूनियन E1 यूनियन E2 भी मैजरेबल होएगी। फिर इसनू जनरलाइज करांगे किसी भी फाइनाइट यूनियन तक। सो फर्स्टली वी आर गिवन A1 E1 एंड E2 आर मैजरेबल। हुण असी यूनियन नू अगर मैजरेबल प्रूफ करना है तो मैजरेबल दी डेफिनेशन दे अकॉर्डिंग एक सैट असी आर्बिट्ररी सैट लैके चलना हुंदा रियल नंबर्स दा। डेफिनेशन जिहड़ी है उस दे विच फिर वो कॉन्सैप्ट नू जे अप्लाई करना है तो उसके लिए सानू एक सैट आर्बिट्ररी लैके चलना पैंदा रियल नंबर्स का। तो ए सैट असी कंसीडर कर रहे हैं विच इज द आर्बिट्ररी सैट ऑफ रियल नंबर्स। हुण यही वाला ए सैट बिकॉज E1 मैजरेबल है, E1 इज गिवन टू बी मैजरेबल, तो ए वाला ए सैट जिहड़ा है वो आपां E1 दी मैजरेबिलिटी दी डेफिनेशन दे विच यूज कर लैंदे आ। तो मैजरेबिलिटी दी डेफिनेशन दे विच तुसीं चैक कर सकते हो जिहड़ा सैट असी आर्बिट्ररी लैंदे आ ओहदा मैयर, तो आर्बिट्ररी सैट ए लिता है ओहदा मैयर आउटर मैयर ए, इट विल बी इक्वल टू ਅਸੀਂ ਮੈਜਰੇਬਲ ਕਿਹਨੂੰ ਕਹਿ ਰਹੇ ਹਾਂ E1 ਨੂੰ, ਫਸਟਲੀ ਅਸੀਂ E1 ਨੂੰ ਮੈਜਰੇਬਲ ਕਹਿ ਰਹੇ ਹਾਂ। ਸੋ ਇਟ ਵਿਲ ਬੀ ਇਕੁਅਲ ਟੂ ਆਊਟਰ ਮੈਜਰ A ਇੰਟਰਸੈਕਸ਼ਨ E1 ਆਰਬਿਟਰਰੀ ਸੈਟ ਨਾਲ ਇੰਟਰਸੈਕਸ਼ਨ ਹੁੰਦੀ ਹੈ ਜਿਸ ਸੈਟ ਨੂੰ ਮੈਜਰੇਬਲ ਕਿਹਾ, ਔਰ ਫਿਰ ਆਰਬਿਟਰਰੀ ਸੈਟ ਨਾਲ ਉਸਦੇ ਕੰਪਲੀਮੈਂਟ ਦੀ ਇੰਟਰਸੈਕਸ਼ਨ ਹੁੰਦੀ ਹੈ। ਸੋ ਆਊਟਰ ਮੈਜਰ A ਇੰਟਰਸੈਕਸ਼ਨ E1 ਐਂਡ ਆਊਟਰ ਮੈਜਰ A ਇੰਟਰਸੈਕਸ਼ਨ E1 ਕੰਪਲੀਮੈਂਟ। ਨੈਕਸਟ ਇਹ ਤਾਂ ਸੀ E1 ਨੂੰ ਮੈਜਰੇਬਲ ਲੈ ਕੇ ਉਹਦਾ ਪੁਆਇੰਟ ਯੂਜ਼ ਕੀਤਾ। नाउ E2 ਨੂੰ ਮੈਜਰੇਬਲ ਲੈ ਕੇ ਚੱਲ ਰਹੇ ਹਾਂ ਅਸੀਂ, ਤੇ E2 ਅਗਰ ਮੈਜਰੇਬਲ ਹੈ ਤਾਂ ਕੋਈ ਵੀ ਸੈੱਟ ਦੇ ਲਈ E2 ਦੀ ਜਿਹੜੀ ਮੈਜਰੇਬਿਲਿਟੀ ਦੀ ਕੰਡੀਸ਼ਨ ਆ ਉਹ ਹੋਲਡ ਕਰੇਗੀ। ਸੋ ਪਾਰਟਿਕੂਲਰਲੀ ਅਸੀਂ E2 ਦੇ ਲਈ ਆਹ ਵਾਲਾ ਸੈੱਟ ਕੰਸੀਡਰ ਕਰ ਰਹੇ ਹਾਂ A ਇੰਟਰਸੈਕਸ਼ਨ E1 ਕੰਪਲੀਮੈਂਟ। ਇਹ ਜਾਣ ਕੇ ਕੰਸੀਡਰ ਕੀਤਾ ਤਾਂ ਕਿ ਇਸ ਦੀ ਜਿਹੜੀ ਵੈਲਿਊ ਹੈ ਮਈ ਆਊਟਰ ਮੈਜਰ ਆਫ A ਇੰਟਰਸੈਕਸ਼ਨ E1 ਕੰਪਲੀਮੈਂਟ ਦੀ, ਇਹ ਅਸੀਂ ਉਰੇ ਸਬਸਟੀਟਿਊਟ ਕਰ ਸਕੀਏ, ਫਿਰ ਆਪਣੇ ਕੋਲ ਯੂਨੀਅਨ ਦੇ ਵਿੱਚ ਰਿਜ਼ਲਟ ਕਨਵਰਟ ਹੋਊਗਾ, ਉਹ ਦੇਖਾਂਗੇ ਕਿਵੇਂ ਹੁੰਦਾ। ਸੋ ਇਸ ਦੀ ਵੈਲਿਊ ਕੱਢਣ ਦੇ ਲਈ E2 ਦੀ ਮੈਜਰੇਬਿਲਿਟੀ ਲਈ ਜਿਹੜਾ ਆਰਬਿਟਰਰੀ ਸੈਟ ਆਫ ਰੀਅਲ ਨੰਬਰ ਅਸੀਂ ਲੈਣਾ ਹੁੰਦਾ ਉਹ ਅਸੀਂ ਕਿਹਨੂੰ ਲਿੱਤਾ ਹੈ A ਇੰਟਰਸੈਕਸ਼ਨ E1 ਕੰਪਲੀਮੈਂਟ। ਸੋ ਅਕੋਰਡਿੰਗ ਟੂ ਦ ਡੈਫੀਨੇਸ਼ਨ ਆਫ ਮੈਜਰੇਬਲ ਆਊਟਰ ਮੈਜਰ ਆਫ ਦ ਆਰਬਿਟਰਰੀ ਸੈਟ ਇਜ਼ ਇਕੁਅਲਸ ਟੂ, ਉਰੇ ਆਰਬਿਟਰਰੀ मतलब पर्टिकुलर ही ਅਸੀਂ ਲੈ ਲਿਆ A ਇੰਟਰਸੈਕਸ਼ਨ E1 ਕੰਪਲੀਮੈਂਟ, ਕਿਉਂਕਿ E2 ਦਾ ਪਤਾ ਹੀ ਹੈ ਮੈਜਰੇਬਲ ਹੈ, ਤਾਂ ਕੋਈ ਵੀ ਸੈਟ ਹੋਵੇ ਕੋਈ ਵੀ ਵੈਲਿਊ ਹੋਵੇ ਉਹਦੇ ਲਈ ਇਹ ਹਮੇਸ਼ਾ ਹੋਲਡ ਕਰੇਗਾ। ਸੋ ਪਾਰਟਿਕੂਲਰਲੀ ਅਸੀਂ A ਇੰਟਰਸੈਕਸ਼ਨ E1 ਕੰਪਲੀਮੈਂਟ ਲਈ ਗੱਲ ਕਰ ਰਹੇ ਹਾਂ। ਸੋ ਉਰੇ ਪਾਰਟਿਕੂਲਰਲੀ ਇਸ ਦੇ ਵਿੱਚ ਆਰਬਿਟਰਰੀ ਸੈਟ ਅਸੀਂ A ਇੰਟਰਸੈਕਸ਼ਨ E1 ਕੰਪਲੀਮੈਂਟ ਲੈ ਲਿਆ। ਸੋ ਅਕੋਰਡਿੰਗ ਟੂ ਦ ਡੈਫੀਨੇਸ਼ਨ E2 ਨੂੰ ਮੈਜਰੇਬਲ ਕਹਿਣਾ ਹੈ, ਜਿਹਨੂੰ ਮੈਜਰੇਬਲ ਕਹਿਣਾ ਹੈ ਉਹਦੀ ਇਸ ਸੈਟ ਨਾਲ ਇੰਟਰਸੈਕਸ਼ਨ, फिर E2 ਨੂੰ ਮੈਜਰੇਬਲ ਕਿਹਾ ਉਹਦੇ ਕੰਪਲੀਮੈਂਟ ਦੀ ਵੀ ਇਸ ਸੈਟ ਨਾਲ ਇੰਟਰਸੈਕਸ਼ਨ, ਤਾਂ ਇਹ ਇਹਨਾਂ ਦੋਵਾਂ ਦੇ ਸਮ ਦੇ ਬਰਾਬਰ ਹੁੰਦਾ। ਹੁਣ ਇਹਦੇ ਨਾਲ ਕੀ ਹੈ, ਜੇ ਇਸ ਦੀ ਵੈਲਿਊ ਅਸੀਂ ਆਬਟੇਨ ਕਰ ਲਈਏ ਟਰਮ 1 ਦੇ ਵਿੱਚ ਉਰੇ ਪਈ ਹੈ, ਦੇਖੋ ਉਰੇ ਇਹਦੀ ਵੈਲਿਊ ਅਸੀਂ ਸਬਸਟੀਟਿਊਟ ਕਰ ਦਿੰਦੇ ਆ। ਸੋ ਫਸਟ ਇਕੁਏਸ਼ਨ ਜਿਹੜੀ ਹੈ ਸਬਸਟੀਟਿਊਟਿੰਗ ਵੈਲਿਊ ਆਫ ਦਿਸ ਇਨ ਫਸਟ ਵੀ ਗੈਟ, ਉਹ ਕਿਸ ਦੇ ਬਰਾਬਰ ਬਣ ਜਾਏਗੀ, ਚੈੱਕ ਕਰੋ, ਆਊਟਰ ਮੈਜਰ A ਐਜ਼ ਇਟ ਇਜ਼ ਹੈ, ਆਊਟਰ ਮੈਜਰ A ਇੰਟਰਸੈਕਸ਼ਨ E1 A ਐਜ਼ ਇਟ ਇਜ਼ ਹੈ, ਇਸ ਦੀ ਵੈਲਿਊ ਜਿਹੜੀ ਹੈ ਆ ਦੋ ਆਪਾਂ ਨੇ ਵੈਲਿਊਜ਼ ਜੋ ਆਪਾਂ ਫਾਈਂਡ ਕੀਤੀਆਂ ਨੇ ਜੋ ਦੋ ਦੇ ਵਿੱਚ ਬ੍ਰੇਕ ਕਰਕੇ ਇਹਨੂੰ ਪੁੱਟ ਕਰ ਦਿੱਤਾ। ਹੁਣ ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੈਲਿਊਜ਼ ਸਾਡੇ ਕੋਲ ਕ੍ਰੀਏਟ ਹੋਈਆਂ। ਸਭ ਤੋਂ ਪਹਿਲਾਂ ਲਾਸਟ ਵਾਲੀ ਜਿਹੜਾ ਆਪਣੇ ਕੋਲ ਟਰਮ ਹੈ ਇਹਨੂੰ ਮੈਂ ਫੋਲੋ ਅਪ ਕਰ ਰਿਹਾ, ਪਹਿਲਾਂ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਕੰਪਲੀਮੈਂਟ, ਇਹਨੂੰ ਫੋਲੋ ਅਪ ਕਰ ਰਹੇ ਹਾਂ। ਦੇਖੋ ਜੋ ਆਊਟਰ ਮੈਜਰ ਦੇ ਅੰਦਰ ਲਾਸਟ ਵਾਲੀ ਟਰਮ ਹੈ ਉਹਨੂੰ ਚੱਕ ਰਹੇ ਹਾਂ। ਇਸ ਨੂੰ ਤੁਸੀਂ ਚੈੱਕ ਕਰ ਸਕਦੇ ਕਿਉਂਕਿ ਦੋਨੋਂ ਸਿੰਬਲਸ ਇੰਟਰਸੈਕਸ਼ਨ ਦੇ ਹੀ ਹੈ। ਸੋ ਇੰਟਰਸੈਕਸ਼ਨ ਦੀ ਜਿਹੜੀ ਪ੍ਰੋਪਰਟੀ ਹੈ ਉਹ ਐਸੋਸੀਏਟਿਵ ਹੁੰਦੀ ਹੈ। ਸੋ E1 ਕੰਪਲੀਮੈਂਟ ਇੰਟਰਸੈਕਸ਼ਨ E2 ਕੰਪਲੀਮੈਂਟ ਤੁਸੀਂ ਇਕੱਠਾ ਕਰ ਸਕਦੇ ਹੋ, ਠੀਕ ਹੈ। ਇਹ ਬ੍ਰੈਕਟ ਜਿਹੜੀ ਹੈ ਇਹਨਾਂ ਉੱਪਰ ਦੋਵਾਂ ਉੱਪਰ ਪਾ ਸਕਦੇ ਹੋ, A ਇੰਟਰਸੈਕਸ਼ਨ ਬਾਹਰ, ਔਰ ਫਿਰ ਡੀ ਮੋਰਗਨਸ ਲਾਅ ਜਿਹੜਾ ਹੁੰਦਾ ਸੈਟ ਥਿਊਰੀ ਦਾ, E1 ਕੰਪਲੀਮੈਂਟ ਇੰਟਰਸੈਕਸ਼ਨ E2 ਕੰਪਲੀਮੈਂਟ ਵਿਲ ਬੀ ਇਕੁਅਲ ਟੂ E1 ਯੂਨੀਅਨ E2 ਕੰਪਲੀਮੈਂਟ, ਇਸ ਦੇ ਬਰਾਬਰ ਲਿਖਿਆ ਜਾ ਸਕਦਾ। ਤੇ ਇਹ ਟਰਮ ਨੂੰ ਅਸੀਂ ਅਲੱਗ ਤੋਂ ਆਬਜ਼ਰਵ ਕੀਤਾ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਇਹ ਦੇਖੋ E1 ਯੂਨੀਅਨ E2 ਕੰਪਲੀਮੈਂਟ ਆ ਗਿਆ। ਸਾਡਾ ਟਾਰਗੇਟ ਕੀ ਸੀਗਾ, E1 ਯੂਨੀਅਨ E2 ਨੂੰ ਮੈਜਰੇਬਲ ਪ੍ਰੂਫ ਕਰਨਾ। ਸੋ ਜੇ E1 ਯੂਨੀਅਨ E2 ਨੂੰ ਮੈਜਰੇਬਲ ਪ੍ਰੂਫ ਕਰਨਾ ਸੀਗਾ, ਆਈ ਐਮ ਸ਼ੋਇੰਗ ਯੂ ਕਿ ਆਪਾਂ ਕੀ ਚਾਹੁੰਦੇ ਹੈਗਾ ਕੀ ਬਣ ਜੇ, ਕਿਉਂਕਿ A ਨੂੰ ਅਸੀਂ ਆਰਬਿਟਰਰੀ ਲੈ ਕੇ ਚੱਲੇ ਸੀ,
ਤਾਂ ਅਸੀਂ ਇਹ ਚਾਹੁੰਦੇ ਸੀ ਆਊਟਰ ਮੇਜਰ A ਕਿਸ ਦੇ ਬਰਾਬਰ ਆਵੇ, ਆਊਟਰ ਮੇਜਰ A ਇੰਟਰਸੈਕਸ਼ਨ E1 यूनियन E2 प्लस आउटर मेजर just wait प्लस आउटर मेजर A इंटरसेक्शन E1 यूनियन E2 ਕੰਪਲੀਮੈਂਟ ਇਹਦੇ ਬਰਾਬਰ ਆਵੇ। ਇਹ ਸਾਡਾ ਟਾਰਗੇਟ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਟਰਮ ਜਿਹੜੀ ਹੈਗੀ ਆ ਉਹ ਜਿਹੜੀ ਲਾਸਟ ਟਰਮ ਸੀ ਆਪਣੇ ਕੋਲ ਉਹ ਐਜ਼ ਇਟ ਇਜ਼ ਇਹੀ ਬਣੀ ਹੋਈ ਹੈਗੀ ਆ ਉੱਥੇ। ਠੀਕ ਹੈ, ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜੀ ਆ ਰਹੀ ਹੈ ਇਸ ਦੇ ਵਿੱਚ ਆ ਜਿਹੜੀ ਲਾਸਟ ਟਰਮ ਸੀਗੀ ਇਹ ਵਾਲੀ ਆਊਟਰ ਮੇਜਰ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਕੰਪਲੀਮੈਂਟ ਇਸ ਦੀ ਵੈਲਿਊ ਤੁਸੀਂ ਦੇਖ ਸਕਦੇ ਹੋ ਆਹੀ ਵਾਲੀ ਬਣ ਗਈ ਹੈਗੀ ਜੋ ਆਪਣਾ ਟਾਰਗੇਟ ਹੈ ਉਹਦੀ ਲਾਸਟ ਟਰਮ। ਸੋ ਇਹ ਟਰਮ ਜਿਵੇਂ ਦੀ ਸਾਨੂੰ ਚਾਹੀਦੀ ਸੀ ਉਹ ਅਸੀਂ ਬਣਾ ਲਈ ਹੈਗੀ। ਇਹਦਾ ਮਤਲਬ ਆ ਪਹਿਲੀਆਂ ਜਿਹੜੀਆਂ ਦੋ ਟਰਮਸ ਆ A ਇੰਟਰਸੈਕਸ਼ਨ E1 ਤੇ ਇਹ ਦੋਵਾਂ ਨੂੰ ਮਿਲਾ ਕੇ ਕੀ ਬਣਨਾ ਚਾਹੀਦਾ ਹੈ A ਇੰਟਰਸੈਕਸ਼ਨ E1 ਯੂਨੀਅਨ E2। ਹੁਣ ਅਗਲਾ ਟਾਰਗੇਟ ਅਸੀਂ ਉਹ ਅਚੀਵ ਕਰਨ ਲੱਗੇ। ਸੋ ਇਹਨਾਂ ਦੋਵਾਂ ਨੂੰ ਇਕੱਠਾ ਚੱਕਾਂਗੇ ਅਸੀਂ A ਇੰਟਰਸੈਕਸ਼ਨ E1 ਤੇ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਨੂੰ ਇਹਨਾਂ ਦੋਵਾਂ ਨੂੰ ਇਕੱਠਾ ਲਵਾਂਗੇ ਔਰ ਇਕੱਠਾ ਲੈ ਕੇ A ਇੰਟਰਸੈਕਸ਼ਨ E1 ਯੂਨੀਅਨ E2 ਚ ਕਨਵਰਟ ਕਰਕੇ ਦਿਖਾਵਾਂਗੇ। ਸੋ ਇਹਨਾਂ ਦੋਵਾਂ ਟਰਮਸ ਨੂੰ ਇਕੱਠਾ ਲਿੱਤਾ ਹੈ ਤੁਸੀਂ ਦੇਖ ਸਕਦੇ ਹੋ A ਇੰਟਰਸੈਕਸ਼ਨ E1 ਐਂਡ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਇਹਨਾਂ ਦੋਵਾਂ ਦੀ ਯੂਨੀਅਨ ਲੈ ਲਈ। ਇਹਨਾਂ ਦੋਵਾਂ ਦੀ ਯੂਨੀਅਨ ਕਹਿੰਦਾ ਇਸ ਦੇ ਬਰਾਬਰ ਹੋਏਗੀ A ਇੰਟਰਸੈਕਸ਼ਨ E1 ਯੂਨੀਅਨ E2। ਇਹ ਸਿੰਪਲ ਸੈਟ ਥਿਊਰੀ ਦੀ ਕੈਲਕੂਲੇਸ਼ਨ ਨਾਲ ਤੁਸੀਂ ਆਬਟੇਨ ਕਰ ਸਕਦੇ ਹੋ। ਸ਼ੋ ਕਰ ਦੇਣਾ ਕਿਵੇਂ ਬਣੇਗਾ। ਆਪਣੇ ਕੋਲ ਹੈ A ਇੰਟਰਸੈਕਸ਼ਨ E1 ਯੂਨੀਅਨ A intersection just wait I'm checking A intersection E1 complement intersection E2 ਇਹਨਾਂ ਦੋਵਾਂ ਦੀ ਯੂਨੀਅਨ ਕਰਨੀ ਹੈਗੀ ਆ। ਸੋ A ਇੰਟਰਸੈਕਸ਼ਨ ਤੁਸੀਂ ਦੇਖ ਸਕਦੇ ਹੋ ਡਿਸਟ੍ਰੀਬਿਊਟਿਵ ਲਾਅ ਦੇ ਅਕੋਰਡਿੰਗਲੀ A ਇੰਟਰਸੈਕਸ਼ਨ ਦੋਵਾਂ ਦੇ ਅੱਗੇ ਲੱਗਿਆ ਹੋਇਆ ਇਹਦੇ ਅੱਗੇ ਵੀ ਇਹ ਕਾਮਨ ਹੋ ਗਿਆ ਐਂਡ ਯੂ ਵਿਲ ਹੈਵ E1 ਯੂਨੀਅਨ E1 ਕੰਪਲੀਮੈਂਟ ਇਧਰੋਂ ਦੀ E1 ਬਚੇਗਾ ਔਰ ਇਧਰੋਂ ਦੀ E1 ਕੰਪਲੀਮੈਂਟ ਇੰਟਰਸੈਕਸ਼ਨ E2 ਬਚੇਗਾ। ਔਰ ਜਦ ਤੁਸੀਂ ਇਸ ਨੂੰ ਸਿੰਪਲੀਫਾਈ ਕਰੋਗੇ you will have E1 union E1 complement right intersection E1 union E2 फिर डिस्ट्रीब्यूटिव लॉ लग गया E1 union E1 complement हो गया रियल। सो R दी इंटरसेक्शन E1 union E2 ਦੇ ਨਾਲ ਇਹ ਆ ਜਾਏਗੀ E1 union E2। ਸੋ ਤਾਂ ਹੀ ਕਰਕੇ ਉਸ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਇਹਦੇ ਬਰਾਬਰ ਲਿਖਿਆ ਹੋਇਆ ਹੈਗਾ। ठीक है, सो A intersection E1 union A intersection E1 complement intersection E2 is equals to A intersection E1 union E2। ਹੁਣ ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਫਿਰ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੋ ਦੀ ਯੂਨੀਅਨ ਹੈ ਇਹਨਾਂ ਦੋ ਦੀ ਯੂਨੀਅਨ ਹੈ। ਜੇ ਦੋਵੇਂ ਸਾਈਡ ਤੇ ਅਸੀਂ ਆਊਟਰ ਮੇਜਰ ਅਪਲਾਈ ਕਰ ਲਈਏ ਇੱਧਰ ਵੀ ਆਊਟਰ ਮੇਜਰ ਇੱਧਰ ਵੀ ਆਊਟਰ ਮੇਜਰ A ਇੰਟਰਸੈਕਸ਼ਨ E1 ਯੂਨੀਅਨ E2 ਔਰ ਇਸ ਯੂਨੀਅਨ ਨੂੰ ਅਗਰ ਅਸੀਂ ਬ੍ਰੇਕ ਕਰਨਾ ਹੈ ਆਊਟਰ ਮੇਜਰ ਨੂੰ ਇਹਨਾਂ ਦੋਵਾਂ ਨਾਲ ਬ੍ਰੇਕ ਕਰਨਾ ਹੈ ਇਹਦੇ ਨਾਲ ਅਲੱਗ ਕਰਨਾ ਹੈ ਔਰ ਇਹਦੇ ਨਾਲ ਅਲੱਗ ਕਰਨਾ ਹੈ ਤਾਂ ਇਹਦੇ ਲਈ ਕੀ ਆਏਗਾ ਲੈਸ ਦੈਨ ਔਰ ਇਕੁਅਲ ਟੂ ਮਤਲਬ ਵੱਡੀ ਟਰਮ ਕਿਹੜੀ ਹੁੰਦੀ ਹੈ ਜਿਹੜੀ ਵਿੱਚ ਪਲੱਸ ਪਾ ਕੇ ਆਉਂਦੀ ਹੈ। ਸੋ ਆਊਟਰ ਮੇਜਰ A ਇੰਟਰਸੈਕਸ਼ਨ E1 ਪਲੱਸ ਆਊਟਰ ਮੇਜਰ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਤੇ ਗ੍ਰੇਟਰ ਦੈਨ ਔਰ ਇਕੁਅਲ ਟੂ ਇਹ ਟਰਮ ਜਿਹੜੀ ਹੈ ਇਸ ਦੇ ਆਊਟਰ ਮੇਜਰ ਤੋਂ ਵੱਡੀ ਹੋਏਗੀ। ਇਸ ਦੇ ਆਊਟਰ ਮੇਜਰ ਤੋਂ ਵੱਡੀ ਦਾ ਮਤਲਬ ਇਹਦੇ ਆਊਟਰ ਮੇਜਰ ਤੋਂ ਵੱਡੀ ਹੋਏਗੀ ਕਿਉਂਕਿ ਇਹ ਦੋਵੇਂ ਇਕੁਅਲ ਹੀ ਹੈ ਆਊਟਰ ਮੇਜਰ A ਇੰਟਰਸੈਕਸ਼ਨ E1 ਯੂਨੀਅਨ E2। ਸੋ ਤੁਸੀਂ ਦੇਖ ਸਕਦੇ ਹੋ ਥਰਡ ਇਕੁਏਸ਼ਨ ਦੇ ਵਿੱਚ ਜਿਹੜੀਆਂ ਦੋਵੇਂ ਟਰਮ ਸੀ ਆਪਣੇ ਕੋਲ ਲਾਸਟ ਟਰਮ ਇਹ ਵਾਲੀ ਇਸ ਨੂੰ ਵੀ ਅਸੀਂ ਆਲਰੇਡੀ ਕਨਵਰਟ ਕਰ ਲਿਆ ਹੈਗਾ ਇਹਦੇ ਵਿੱਚ ਕੰਪਲੀਮੈਂਟ ਵਾਲੀ ਫਾਰਮ 'ਚ ਔਰ ਜਿਹੜੀਆਂ ਇਹ ਪਹਿਲੀਆਂ ਦੋ ਟਰਮਸ ਸੀਗੀਆਂ A ਇੰਟਰਸੈਕਸ਼ਨ E1 ਤੇ A ਇੰਟਰਸੈਕਸ਼ਨ E1 ਕੰਪਲੀਮੈਂਟ ਇੰਟਰਸੈਕਸ਼ਨ E2 ਇਹਨਾਂ ਦੋਵਾਂ ਨੂੰ ਵੀ ਅਸੀਂ ਕਨਵਰਟ ਕਰ ਲਿਆ ਹੈਗਾ ਇੱਕ ਸਿੰਗਲ ਇਹਦੇ ਵਿੱਚ A ਇੰਟਰਸੈਕਸ਼ਨ E1 ਯੂਨੀਅਨ E2। ਹੁਣ ਇਹ ਦੋਵੇਂ ਵੈਲਿਊਜ਼ ਆਪਾਂ ਜਿਹੜੀਆਂ ਹੈ ਇਹਦੇ ਵਿੱਚ ਸਬਸਟੀਟਿਊਟ ਕਰ ਦਵਾਂਗੇ। ਸੋ ਪਹਿਲਾਂ ਫੋਰਥ ਵਾਲੇ ਨੂੰ ਸਬਸਟੀਟਿਊਟ ਕੀਤਾ ਇਟ ਮੀਨਸ ਜਸਟ ਪਹਿਲੀਆਂ ਦੋ ਟਰਮਸ ਐਜ਼ ਇਟ ਇਜ਼ ਸਿਰਫ ਲਾਸਟ ਟਰਮ ਚੇਂਜ ਕੀਤੀ ਫਿਰ ਫਿਫਥ ਇਕੁਏਸ਼ਨ ਨੂੰ ਸਿਕਸਥ ਦੇ ਵਿੱਚ ਅਸੀਂ ਯੂਜ਼ ਕਰਾਂਗੇ ਸਟੈਪ ਬਾय ਸਟੈਪ ਇਹਨੂੰ ਕੀਤਾ ਹੈਗਾ। ਸੋ ਫਿਫਥ ਇਕੁਏਸ਼ਨ ਦੇ ਵਿੱਚ ਜਦੋਂ ਯੂਜ਼ ਕਰਨਾ ਤੁਸੀਂ ਦੇਖ ਸਕਦੇ ਹੋ ਇਹ ਦੋਵੇਂ ਟਰਮਸ ਜਿਹੜੀਆਂ ਹੈ ਇਹ ਦੋਵੇਂ ਟਰਮਸ
ਇਹ greater than or equal to ਹੈਗੀਆਂ ਕਿਸ ਤੋਂ A intersection E1 union E2 ਤੋਂ ਸੋ ਤਾਂ ਹੀ ਕਰਕੇ greater than or equal to ਦਾ ਸਿੰਬਲ ਪਾ ਕੇ ਉਹਨਾਂ ਦੋਵੇਂ ਟਰਮਸ ਦੀ ਜਗ੍ਹਾ ਅਸੀਂ ਸਬਸਟੀਟਿਊਟ ਕਰ ਦਿੱਤਾ A intersection E1 union E2 ਤਾਂ ਇਹ greater than or equal to ਆ ਗਿਆ ਔਰ less than or equal to ਅਸੀਂ ਲਿਬੇਗ ਮੈਜ਼ਰੇਬਲ ਸੈਟਸ ਦੀ ਡੈਫੀਨੇਸ਼ਨ ਦੇ ਵਿੱਚ ਰਿਮਾਰਕ ਜਦੋਂ ਰੀਡ ਕੀਤਾ ਸੀ ਇਹੀ ਸੀ ਕਿ less than or equal to ਤਾਂ ਆਬਵੀਅਸਲੀ ਹੁੰਦਾ ਹੀ ਹੁੰਦਾ ਹੈ ਹੋਲਡਸ ਟ੍ਰਿਵੀਅਲੀ ਸੋ greater than or equal to ਪ੍ਰੂਵ ਕਰਤਾ less than or equal to ਟ੍ਰਿਵੀਅਲੀ ਹੈ ਹੈਂਸ ਦੋਵਾਂ ਨੂੰ ਮਿਲਾ ਕੇ ਆ ਗਿਆ they are equal. So it means outer measure A intersection E1 union E2 and A intersection E1 union E2 complement. A क्योंकि arbitrary set सी था E1 union E2 ਦੇ ਲਈ जो measurability ਦੀ condition है वो prove कर ली. Therefore union of two sets is measurable. So let EK k equal to 1 to n be any finite collection of measurable sets. Now we are generalizing it to the finite union. So finite members the collection ले ली और ये सारे members की हैं measurable हैं और we have to prove that their finite union is also measurable or and this will be proved by induction, by mathematical induction. So firstly taking n equal to 1, so n equal to 1 da matlab we have only one set E1 and obviously the result holds trivially because E1 union E1 ही उत्थे तुसी कर सकते हो. So obviously E1 union E1 will be even. So the result, the union of the measurable sets is measurable. So result is trivial for n equal to 1. So induction the second step. Suppose the result holds for n minus 1. That means A members जेडे हैगे हैं ये गिनती च असी किन्ने रख ले n minus 1 रख ले n वास्ते असी proof करना है हुण जेडी n वास्ते proof करना है वो n sets दी आपां union ले लैने आ इस यूनियन ਨੂੰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬ੍ਰੇਕ ਕੀਤਾ ਜਾ ਸਕਦਾ ਹੈ यूनियन k वेरिंग फ्रॉम 1 to n-1 ek एंड यूनियन en ਇੱਕ ਮੈਂਬਰ ਜਿਹੜਾ ਹੈ ਉਹ ਅਸੀਂ ਸੈਪਰੇਟ ਲਿਖ ਲਿਆ ਬਾਕੀ यूनियन n-1 ਤੱਕ ਦੀ ਰਹੇਗੀ ਕਿਉਂ ਬ੍ਰੇਕ ਕੀਤਾ ਬਿਕੋਜ਼ ਇਨ ਦਾ ਸੈਕੰਡ ਸਟੈਪ ਵੀ ਹੈਵ ਸਪੋਜ਼ दैट द रिजल्ट इज ट्रू फॉर n-1 ਸੈਟਸ ਸੋ ਇਹ यूनियन n-1 ਸੈਟਸ ਦੀ ਹੈ ਇਹਦਾ ਮਤਲਬ ਇਹ ਵਾਲੀ यूनियन ਕੀ ਹੋਗੀ ਮੈਜ਼ਰੇਬਲ by induction hypothesis जो ਅਸੀਂ assume ਕੀਤਾ ਹੈ union k1 to n-1 ek is measurable ਇਹ ਵੀ ਇੱਕ measurable ਹੋ ਗਿਆ ਔਰ ਇਹਨੂੰ ਸਿਰਫ ਇੱਕ ਦੂਸਰੇ ਸੈੱਟ ਨਾਲ ਅਸੀਂ union ਕੀਤਾ ਹੈਗਾ ਤਾਂ ਇਹ ਵੀ measurable ਹੈ ਇਹ ਵੀ measurable ਹੈ and we have proved above that union of two measurable sets is measurable so ਇਹ ਇੱਕ ਸੈੱਟ ਹੋ ਗਿਆ ਕਿਉਂਕਿ ਇਹ measurable ਹੈ ਇਹ ਦੂਸਰਾ ਸੈੱਟ ਹੋ ਗਿਆ en ਜਿਹੜਾ measurable ਹੈ ਔਰ ਦੋਵਾਂ ਦੀ union ਕੀ ਹੋਏਗੀ measurable ਹੋਏਗੀ ਜੋ ਅਸੀਂ ਆ ਫਸਟ ਪਾਰਟ ਦੇ ਵਿੱਚ ਵੈਰੀਫਾਈ ਕੀਤਾ ਸੋ ਇਸ ਕਰਕੇ ਇਹਨਾਂ ਦੋਵਾਂ ਦੀ ਯੂਨੀਅਨ ਕਰਦੇ ਆ ਜੇਕਰ ਕੰਬਾਈਨ ਕਰਦੀ ਹੈ ਤਾਂ ਯੂਨੀਅਨ n ਦੀ ਬਣਦੀ ਹੈ ਸੋ n ਵਾਸਤੇ ਵੀ ਰਿਜ਼ਲਟ ਜਿਹੜਾ ਹੈਗਾ ਉਹ ਆਪਣਾ ਟਰੂ ਪ੍ਰੂਵ ਹੋ ਗਿਆ ਹੈਗਾ ਸੋ ਇਨ ਦਿਸ ਵੇ ਵੀ ਕੈਨ ਸੇ दैट द यूनियन ऑफ finite number of measurable sets is again measurable. The next question is the finite intersection of measurable sets is measurable. So it is a corollary to the previous theorem. उसदे विच असी finite union of measurable sets ਨੂੰ measurable proof ਕੀਤਾ ਸੀ ਉਰੇ finite intersection ਨੂੰ ਕਰਨਾ ਹੈ सो ये तुसी देख सकते हो एक corollary just directly follow हुंदी है by the De Morgan's law of set theory. So let G is the intersection of the measurable sets. G varying from intersection k1 to n ek, where ek for k equal to 1 to n are measurable sets. ਹੁਣ ਜੇਕਰ ਅਸੀਂ G ਨੂੰ ਇਸ intersection ਦੇ ਬਰਾਬਰ ਰੱਖਿਆ ਤਾਂ G complement ਕੀ ਹੋ ਜਾਏਗਾ? Let us check it. G complement that means इस intersection ਦਾ complement और De Morgan's law of set theory ਕੀ ਕਹਿੰਦਾ ਹੈ ਕਿ ਜਦੋਂ ਇਸ intersection ਨੂੰ open ਕੀਤਾ ਜਾਏਗਾ it will change to the union and ਹਰ ਇੱਕ set ਦਾ complement ਹੋ ਜਾਏਗਾ so union k1 to n ek complement so now we are given ek is measurable for k equal to 1 to n and we have proved in the previous lecture that if a set is measurable then its complement is also measurable. So if ek is measurable, then ek complement is measurable. And if ek complement is measurable for k equal to 1 to n, ਤੇ ਹੁਣੀ ਜੋ ਅਸੀਂ ਥਿਊਰਮ ਪ੍ਰੂਫ ਕੀਤੀ ਹੈ ਉਹ ਸਾਨੂੰ ਕੀ ਕਹਿੰਦੀ ਹੈ finite union of measurable sets is measurable. So union k1 to n, ek complement is measurable. And if this union is measurable, that means we have G complement is measurable. And again using the result, if the set is measurable then its complement is measurable so G complement the complement G हो गया वो भी क्या आएगा measurable और यही साडा टारगेट सीगा